हाँ जी जल्दी जल्दी। हालेलुया। हालेलुया। हाँ जी की सीखा पिछले हफ्ते कि सीखना सिखदे सी कि प्रभु वाल देखना। हाँ जी क्यों देखना जरूरी है, किहदे वाल देखना, हाँ जी ते किस तरह देखना, इहदे बारे असीं पिछले वीक सीखिया सी। हालेलुया। यूहन्ना 18 अध्याय 37 वर्ष तक असीं पहुंचे सी। पिलातुस ने उससे कहा तो क्या तू राजा है? यीशु ने उत्तर दिया कि तू कहता है कि मैं राजा हूँ। मैंने इसलिए जन्म लिया है और इसलिए जगत में आया हूँ कि सत्य पर गवाही दूं, और जो कि सत्य का है वह मेरा शब्द सुनता है। हालेलुया। और के इसके अलावा देखना क्यों जरूरी? पिलातुस ने उससे कहा सत्य क्या है? हालेलुया। हालेलुया। बादशाह यीशु से पूछ रहा है सत्य क्या है, जबकि सच्चाई के ऊपर खड़े रहने के लिए बादशाह चुना जाता है, सच का फैसला करने के लिए बादशाह को चुना जाता है। और बादशाह खुद मसीह यीशु से पूछ रहा है कि आखिर सच है क्या? और यीशु मसीह ने यूहन्ना 14:6 में जवाब दिया सच्चाई मैं ही हूं। हालेलुया। पढ़ लेंगे जल्दी जल्दी वर्ष यूहन्ना 14:6 सच्चाई मैं ही हूं। यीशु ने आख्या राह अते सच्चाई अते जीवन मैं हां। हालेलुया। सच्चाई की है यीशु मसीह ही सच्चाई है। और ਅਸੀਂ पढ़ते हैं जॉन 4:23 वर्ष परंतु वह समय आता है वरन अब भी है जिसमें सच्चे भगत पिता का भजन आत्मा और सच्चाई से करेंगे, क्योंकि पिता अपने लिए ऐसे भजन करने वालों को ढूंढता है। हालेलुया। सो औरत ने कहा कि हमें तो बताया गया है कि लोग यरूशलेम में इबादत करेंगे, लोग इस पहाड़ के ऊपर इबादत करेंगे, परंतु यीशु मसीह ने जवाब दिया कि ना तो इस पहाड़ पर और ना ही यरूशलेम में, बल्कि वो समय आता है, बल्कि अभी है कि मेरे चाहने वाले लोग पिता का भजन आत्मा और सच्चाई से करेंगे। हालेलुया। आत्मा से भी करेंगे और सच्चाई से भी करेंगे। सच्चाई की और देखना है। सच्चाई की और क्यों देखना है? 24 वर्ष में लिखा परमेश्वर आत्मा है, अवश्य है कि उसके भजन करने वाले आत्मा और सच्चाई से। परमेश्वर आत्मा है, इसलिए चाहिए है कि ਉਹਦੇ ਚਾਹਣ ਵਾਲੇ ਜਿਹੜੇ ਲੋਕ ਆ ਉਹ ਆਤਮਾ ਦੇ ਨਾਲ ਇਬਾਦਤ ਕਰਨ ਔਰ ਸਚਾਈ ਦੇ ਨਾਲ ਇਬਾਦਤ ਕਰਨ। ਅੱਜ ਕੱਲ ਅਸੀਂ ਦੇਖਦੇ ਆ ਫੈਸ਼ਨ ਇੱਕ ਬਣ ਗਿਆ ਆ ਆਤਮਾ ਦੇ ਨਾਲ ਇਬਾਦਤ ਨੂੰ ਕਰਨਾ। ਲੋਕ ਇਸ ਤਰੀਕੇ ਨਾਲ ਸਮਝਦੇ ਆ ਵੀ ਅਸੀਂ ਆਏ ਆ ਗੈਰ ਜ਼ੁਬਾਨ ਦੇ ਵਿੱਚ 10-15 ਮਿੰਟ 20 ਮਿੰਟ ਦੁਆ ਕੀਤੀ ਆ ਔਰ ਅਸੀਂ ਸਮਝਦੇ ਆ ਕਿ ਆਤਮਾ ਦੇ ਵਿੱਚ ਇਬਾਦਤ ਕਰ ਰਹੇ ਆ, ਆਤਮਾ ਦੇ ਵਿੱਚ ਉਹਦੀ ਭਗਤੀ ਕਰ ਰਹੇ ਆ। ਆਤਮਾ ਦੇ ਵਿੱਚ ਭਗਤੀ ਕਰਨਾ ਸਿਰਫ ਗੈਰ ਜ਼ੁਬਾਨ ਬੋਲਣਾ नहीं है, और ऐसा भी नहीं है कि ਅਸੀਂ ਕਹਿੰਦੇ ਕਿ ਗੈਰ ਜ਼ੁਬਾਨ ਬੋਲਣੀ ਨਹੀਂ ਚਾਹੀਦੀ। ਇਹ ਫਾਇਦੇਮੰਦ ਹੈ ਉਹਦੇ ਲਈ ਜਿਹੜਾ ਬੋਲਦਾ ਹੈ, ਬਾਕੀ ਉਹਦਾ ਕਿਸੇ ਨੂੰ ਵੀ ਕੋਈ ਫਾਇਦਾ ਕਲੀਸਿਆ ਦੇ ਵਿੱਚ ਉਹਦਾ ਕਿਸੇ ਨੂੰ ਵੀ ਕੋਈ ਫਾਇਦਾ ਨਹੀਂ। ਔਰ ਕਿ ਖੁਦਾ ਦਾ ਦਾਸ ਦੱਸਦਾ ਹੈ ਕਿ ਅਗਰ ਉਹ ਜੋ ਬੋਲਦਾ ਹੈ ਉਹਦਾ ਦੂਸਰੇ ਵੀ ਫਾਇਦਾ ਲਾਉਣਾ ਚਾਹੁੰਦੇ ਹਨ। ਕਈ ਵਾਰ ਰੂਹ ਜਿਹੜਾ ਹੈ ਉਹ ਕਿਸੇ ਦੀ ਬਿਹਤਰੀ ਵਾਸਤੇ ਆਉਣ ਵਾਲੇ ਸਮੇਂ ਵਾਸਤੇ ਕੋਈ ਉਸ ਇਨਸਾਨ ਦੇ ਨਾਲ ਗੱਲ ਕਰਦਾ ਆ, ਤੇ ਫਿਰ ਚਾਹੀਦਾ ਹੈ ਕਿ ਕਲੀਸਿਆ ਦੇ ਵਿੱਚ ਤੁਸੀਂ ਦੁਆ ਕਰੋ ਕਿ ਕੋਈ ਐਸਾ ਖੁਦਾ ਕਿਸੇ ਨੂੰ ਉਠਾਵੇ ਕਿ ਇੱਕ ਇੱਕ ਕਰਕੇ ਪਾਕ ਰੂਹ ਦੇ ਵਿੱਚ ਗੈਰ ਜ਼ੁਬਾਨ ਦੇ ਵਿੱਚ ਜਿਹੜੀ ਹੈ ਉਹ ਦੁਆ ਕੀਤੀ ਜਾਵੇ ਔਰ ਖੁਦਾ ਕਿਸੇ ਦੇ ਉੱਤੇ ਉਸ ਜ਼ੁਬਾਨ ਨੂੰ ਪ੍ਰਗਟ ਕਰੇ ਔਰ ਜਦੋਂ ਉਹਦਾ ਤਰਜਮਾ ਕੀਤਾ ਜਾਵੇ ਤੇ ਕਲੀਸਿਆ ਆਸ਼ੀਸ਼ ਤੇ ਬਰਕਤ ਪਾਵੇ। ਹਾਲੇਲੂਇਆ। ਸੋ ਪਰਮੇਸ਼ਵਰ ਦਾ ਸਾਰਾ ਇੰਤਜ਼ਾਮ ਇਸੇ ਚੀਜ਼ ਦੇ ਲਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਕਲੀਸਿਆ ਜਿਹੜੀ ਹੈ ਤਰੱਕੀ ਪਾਵੇ, ਯਿਸੂ ਦਾ ਬਦਨ ਤਰੱਕੀ ਪਾਵੇ, ਯਿਸੂ ਦਾ ਬਦਨ ਉਸਦਾ ਜਾਵੇ, ਯਿਸੂ ਦਾ ਬਦਨ ਵੱਧਦਾ ਜਾਵੇ। ਉਹਦੇ ਲਈ ਹੀ ਸਾਰਾ ਇੰਤਜ਼ਾਮ ਪਰਮੇਸ਼ਵਰ ਨੇ ਕੀਤਾ ਹੈ। ਲੇਕਿਨ ਅੱਜ ਅਫਸੋਸ ਕਿ ਅਸੀਂ ਇਹਨਾਂ ਨੂੰ ਥੋੜੇ ਰੀਤੀ ਰਿਵਾਜਾਂ ਦੇ ਵਿੱਚ ਲਿਜਾ ਕੇ ਦੂਸਰੇ ਲੋਕਾਂ ਦੀ ਤਰ੍ਹਾਂ ਹੀ ਅਸੀਂ ਇਸ ਭਗਤੀ ਨੂੰ ਟਿਕਾ ਦਿੱਤਾ ਹੈ। ਸੋ ਪਰਮੇਸ਼ਵਰ ਚਾਹੁੰਦਾ ਹੈ ਕਿ ਉਹਦੇ ਲੋਕ ਆਤਮਾ ਦੇ ਨਾਲ ਇਬਾਦਤ ਕਰਨ ਔਰ ਸੱਚਾਈ ਦੇ ਨਾਲ ਇਬਾਦਤ ਕਰਨ। ਔਰ ਜਦੋਂ ਅਸੀਂ ਦੁਨੀਆ ਉੱਤੇ ਵਿਚਾਰ ਕਰਦੇ ਹਾਂ, ਨਾ ਤੇ ਸਾਨੂੰ ਐਸੇ ਲੋਕ ਜਲਦੀ ਕਿਤੇ ਐਸੇ ਨਹੀਂ ਕਿ ਹੈ ਨਹੀਂ ਹੈ, ਨਾ ਤੇ ਜਲਦੀ ਕਿਤੇ ਐਸੇ ਲੋਕ ਮਿਲਦੇ ਆ ਜਿਹੜੇ ਆਤਮਾ ਦੇ ਨਾਲ ਭਗਤੀ ਕਰਦੇ ਆ, ਤੇ ਨਾ ਜਲਦੀ ਐਸੇ ਲੋਕ ਮਿਲਦੇ ਆ ਜਿਹੜੇ ਸੱਚਾਈ ਦੇ ਨਾਲ ਭਗਤੀ ਕਰਦੇ ਆ। ਬਲਕਿ ਦੇਖਦੇ ਆ ਹਰ ਤਰਫ ਇਨਸਾਨ ਆਪਣੇ ਹੀ ਆਤਮਾ ਦੀਆਂ ਗੱਲਾਂ ਨੂੰ ਪਰਮੇਸ਼ਵਰ ਦੇ ਆਤਮਾ ਦੀਆਂ ਗੱਲਾਂ ਦੇ ਨਾਲ ਮਿਲਾਉਂਦਾ ਰਹਿੰਦਾ ਹੈ, ਆਪਣੇ ਹੀ ਦਿਮਾਗ ਦੀ ਸੱਚਾਈ ਨੂੰ ਪਰਮੇਸ਼ਵਰ ਦੀ ਸੱਚਾਈ ਦੇ ਨਾਲ ਮਿਲਾਉਂਦਾ ਰਹਿੰਦਾ ਹੈ। ਅਗਰ ਸੱਚਾਈ ਇੰਨੀ ਆਸਾਨ ਹੁੰਦੀ ਤੇ ਪਿਲਾਤੁਸ ਨੂੰ ਇਹ ਪੁੱਛਣ ਦੀ ਜ਼ਰੂਰਤ ਨਾ ਪੈਂਦੀ ਯਿਸੂ ਮਸੀਹ ਨੂੰ ਕਿ ਫਿਰ ਦੱਸ ਸੱਚ ਕੀ ਹੈ, ਸੱਚ ਹੈ ਕੀ ਹੈ।
ਤੇ ਜੇ ਪਿਲਾਤੁਸ ਵਰਗਾ ਬੰਦਾ ਜਿਹੜਾ ਲੋਕਾਂ ਦਾ ਨਿਆਂ ਕਰਨ ਲਈ ਠਹਿਰਾਇਆ ਗਿਆ, ਜੇ ਉਹੋ ਜਿਹਾ ਇਨਸਾਨ ਪੁੱਛਦਾ ਵੀ ਸੱਚ ਹੈ ਕੀ ਹੈ, ਤੇ ਇਹਦਾ ਮਤਲਬ ਆਮ ਬੰਦੇ ਦਾ ਕੰਮ ਨਹੀਂ ਹੈ ਫਿਰ ਸੱਚ ਦੇ ਬਾਰੇ ਜਾਣਕਾਰੀ ਨੂੰ ਹਾਸਲ ਕਰ ਲੈਣਾ। ਇਹ ਤੇ ਪਰਮੇਸ਼ਵਰ ਬਖਸ਼ੇ ਤੇ ਫਿਰ ਹੀ ਇਨਸਾਨ ਸੱਚਾਈ ਦੇ ਉਸ ਮੁਕਾਮ ਤੱਕ ਪਹੁੰਚ ਸਕਦਾ ਹੈ, ਵਰਨਾ ਬੰਦੇ ਦੇ ਲਈ ਬੜਾ ਮੁਸ਼ਕਿਲ ਹੈ। ਤੇ ਪਰਮੇਸ਼ਵਰ ਦਾ ਕਲਾਮ ਕਹਿੰਦਾ ਪਰਮੇਸ਼ਵਰ ਆਤਮਾ ਹੈ ਔਰ ਜ਼ਰੂਰੀ ਹੈ ਕਿ ਉਹਦੇ ਲੋਕ ਆਤਮਾ ਅਤੇ ਸੱਚਾਈ ਦੇ ਨਾਲ ਉਹਦੀ भक्ति करने वाला भजन करन। और 25 वर्ष लिखा, स्त्री ने उससे कहा मैं जानती हूं कि मसीह जो क्राइस्ट कहलाता है आने वाला है, जब वह आएगा तो हमें सब बातें बता देगा। औरत जिहदे नाल यसु मसीह सारियां गल्लां कर रहा है वो जानती है, इस गल दा उहनूं ज्ञान है कि कोई आउण वाला है ਜਿਹੜਾ ਇਹਨਾਂ ਸਾਰੀਆਂ ਗੱਲਾਂ ਨੂੰ ਕਿਸ ਤਰੀਕੇ ਨਾਲ ਅਸੀਂ ਕਰਨਾ, ਕਿਸ ਤਰੀਕੇ ਨਾਲ ਜੀਵਨ ਨੂੰ ਚਲਾਉਣਾ ਹੈ, ਕਿਸ ਤਰੀਕੇ ਨਾਲ ਉਹਦੀ ਇਬਾਦਤ ਕਰਨੀ ਹੈ, वो सानू सिखावेगा। जो आने वाला है उसके बारे में जानती तो है पर पहचानती नहीं, आने वाले के बारे जानती है पर पहचानती नहीं है। ते इसलिए कलाम दस रहा है कि जदों असी देखना है, काम दे उत्ते विचार असी कर रहे हैं कि परमेश्वर दे वल देखना है, यसु मसीह दे वल देखना है, पाक रूह दे वल देखना है। और जदों असी देखना है तो किस तरीके दे नाल देखना, सानू इस चीज़ का भी ज्ञान होना चाहिए है। और कई बार असी देखते तो हाँ पर उसका जो अर्थ है साढ़े सामने गलत आ जाता है, और कई बार असी सोचते हैं कि गलत है पर वो गल जी है वो बिल्कुल ठीक होंगी है। आने वाले दे बारे ज्ञान है, पता है कि आने वाला कोई है जिसका नाम क्राइस्ट है, पर वो सामने खड़ा है पर उन्होंने पहचान नहीं रही। यसु ने उससे कहा मैं तुझसे जो बोल रहा हूं मैं वही हूं। हालेलुया। कौन है यसु? ਜਿਹੜਾ क्राइस्ट कहता आने वाला, जिहदे बारे तू विचार कर रही, जिहदे बारे तू मेरे नाल गल कर रही है, वो कोई होर नहीं बल्कि मैं ही हाँ। हालेलुया। सच दे वल देखना है। और बड़ी खूबसूरत लूका ने जी लिखा गया, गौर कर जिन्हों तू रोशनी समझदा है किते ओ हनेरा। ਇਹਦਾ मतलब परमेश्वर किसी एक गल वाल साडा ध्यान नहीं लेना चाहता, बल्कि हर गल दे उत्ते ਉਹ ਸਾਨੂੰ ਵਿਚਾਰ ਕਰਨ ਦੇ ਲਈ ਕਹਿ ਰਿਹਾ, ਹਰ ਗੱਲ ਨੂੰ ਚੰਗੀ ਤਰ੍ਹਾਂ ਦੇਖਣਾ ਹੈ, ਪਰਖਣਾ ਹੈ। ਇਸ ਲਈ ਖੁਦਾ ਦਾ ਦਾਸ ਯੋਨਾ ਲਿਖਦਾ, ਕਹਿੰਦਾ ਅਸੀਂ ਚੰਗੀ ਤਰ੍ਹਾਂ ਦੇਖੇ ਹੋਏ ਯਿਸੂ ਮਸੀਹ ਦੀ ਗਵਾਹੀ ਦਿੰਦੇ ਹਾਂ, ਅਚਨਚੇਤ ਜਾਂ ਸੁਪਨੇ ਵਿੱਚ ਜਾਂ ਅਚਾਨਕ ਪਰਛਾਵੇਂ ਦੇ ਵਿੱਚ ਨਹੀਂ, ਬਲਕਿ ਜਿਹਨੂੰ ਅਸੀਂ ਚੰਗੀ ਤਰ੍ਹਾਂ ਦੇਖਿਆ ਅਸੀਂ ਉਹਦੀ ਗਵਾਹੀ ਦਿੰਦੇ ਹਾਂ। ਤੇ ਇਸ ਲਈ ਖੁਦਾ ਦਾ ਕਲਾਮ ਦੱਸਦਾ ਹੈ ਕਿ ਜਿਹਨੂੰ ਤੂੰ ਰੋਸ਼ਨੀ ਸਮਝਦਾ ਗੌਰ ਕਰ ਕਿਤੇ ਉਹ ਹਨੇਰਾ ਤੇ ਨਹੀਂ, ਜਿਹਨੂੰ ਤੂੰ ਸੱਚ ਸਮਝਦਾ ਹੈ ਗੌਰ ਕਰ ਕਿਤੇ ਉਹ ਝੂਠਤਾ नहीं, जिन्हों तू जिंदगी समझदा है गौर कर किते ओ मौत ते नहीं, जिन्हों तू अपना समझदा है गौर कर किते ओ बेगाना ते नहीं। और 14:7 लिखा, यदि तुमने मुझे जाना होता तो मेरे पिता को भी जानते और अब उसे जानते हो और उसे देखते भी हो। हालेलुया। जिन्हें यसु नूं देखिया उन्हें पिता नूं देखिया। साडे यहोवा विटनेस वाले बड़ी पाबंदियां लाते, पहला शुरू चो यसु मसीह नाल लैके चलते हैं, जिन्होंने भी गुमराह करते हैं उन्हें यही कहते नहीं नहीं असीं यसु मसीह के खिलाफ थोड़ी हैं, असीं तो कहने कि यसु मसीह भी परमेश्वर का ही एक अंग सी। लेकिन हौली 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 जिद्दां जिद्दां तरीफ वधदी जाती है, आखिरकार वो जय मसीह की कहाना बंद कर देंगे हैं, तो फिर यसु मसीह के खिलाफ तो सारे काम जिहड़े वो शुरू हो जाते। और इंग्लैंड के विच इस विषय पर जदों मेरी गल हुई तो कहते जी नहीं जी तुसीं दसो भी यहोवा परमेश्वर ने ही तो यसु नूं भेजिया, भेजण वाला वड्डा है जाके जिहड़ा आया वो वड्डा, जे पिता भेजदा ही ना तो वो आ नहीं सकता। इसलिए पिता नूं मनना जरूरी है, पिता ही सब कुछ करने वाला है। इसलिए यसु नूं विच रखण दी जरूरत नहीं है, परमेश्वर सब कुछ करता है, परमेश्वर ने ही सब कुछ रचिया है। इसलिए चाहिए है कि असीं जिन्हें सब कुछ किया उन्होंने मनीए, ना कि विचले बंदियां नूं असीं कबूल करिए। ते अंत दे विच जदों जाके गल हुई तो मैं कहा तुसीं मानते हो ना कि यहोवा हैगा? कहते हाँ जी बिल्कुल असीं मानते हैं कि यहोवा है, परमेश्वर है और परमेश्वर ने सब कुछ किया। तो बाइबल दसदी है कि जिहड़ा परमेश्वर के हुक्मां दे उत्ते खड़ा है वो ही परमेश्वर दा है, जिहड़े हुक्म ते खड़ा नहीं है वो परमेश्वर दा नहीं है। तो मैं कहा यसु मसीह के बारे जिन्हों तुसीं यहोवा करके मानते हो, असल में यहोवा ही यसु है। जिन्हों तुसीं यहोवा करके परमेश्वर करके मानते हो, तुसीं उहनूं यसु नहीं मानते बल्कि परमेश्वर मानते हो। उस परमेश्वर ने भी जदों यसु मसीह बपतिस्मा लैके निकलिया, यूहन्ना दे उत्ते भी गवाही हुई इहो ही है जिहड़ा मैं भेजिया आ। जदों
ਪਹਾੜ ਦੇ ਉੱਤੇ ਯਿਸੂ ਮਸੀਹ ਦੇ ਨਾਲ ਏਲੀਆ ਤੇ ਮੂਸਾ ਗੱਲਾਂ ਕਰ ਰਹੇ ਸੀ, ਉਦੋਂ ਵੀ ਇੱਕ ਆਵਾਜ਼ ਆਈ, ਇਹ ਮੇਰਾ ਪਿਆਰਾ ਪੁੱਤਰ ਆ, ਇਹਦੀ ਸੁਣੋ। ਹਾਲੇਲੂਇਆ। ਤੇ ਹੁਣ ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਰਮੇਸ਼ਵਰ ਨੂੰ ਮੰਨਦੇ ਹਾਂ, ਤੇ ਪਰਮੇਸ਼ਵਰ ਦਾ ਹੁਕਮ ਹੈ ਕਿ ਯਿਸੂ ਮਸੀਹ ਦੀ ਸੁਣਨੀ ਹੈ। ਤੇ ਜਿਹੜਾ ਯਿਸੂ ਮਸੀਹ ਦੀ ਨਹੀਂ ਸੁਣਦਾ, ਉਹ ਪਰਮੇਸ਼ਵਰ ਦੇ ਹੁਕਮ ਨੂੰ ਬਖੂਬੀ ਟਾਲ ਦਿੰਦਾ ਆ। ਤੇ ਜਿਹੜਾ ਪਰਮੇਸ਼ਵਰ ਦੇ ਹੁਕਮ ਨੂੰ ਬਖੂਬੀ ਟਾਲ ਦਿੰਦਾ, ਪਰਮੇਸ਼ਵਰ ਕਦੇ ਵੀ ਉਹ ਤੋਂ ਪ੍ਰਸੰਨ ਨਹੀਂ ਹੋ ਸਕਦਾ। ਬਾਦਸ਼ਾਹ ਦਾ ਹੁਕਮ ਦੁਨਿਆਵੀ ਤੌਰ ਤੇ ਵਿੱਚ ਲੋਕ ਮੰਨਦੇ ਹਨ, ਤੇ ਜੇ ਅਸੀਂ ਰੂਹਾਨੀ ਤੌਰ ਤੇ ਜਾਈਏ ਤੇ ਫਿਰ ਉਸ ਬਾਦਸ਼ਾਹ ਦਾ ਹੁਕਮ ਮੰਨਣਾ ਵੀ ਬੜਾ ਜ਼ਰੂਰੀ। ਮਿਸਾਲ ਦੇ ਤੌਰ ਦੇ ਉੱਤੇ ਦੇਸ਼ ਦਾ ਕੋਈ ਰਾਸ਼ਟਰਪਤੀ ਜਦੋਂ ਕਿਸੇ ਦੂਸਰੇ ਦੇਸ਼ 'ਚ ਜਾਂਦਾ ਆ, ਆਪਣੇ ਦੇਸ਼ ਨੂੰ ਛੱਡ ਕੇ ਉਹ ਆਪਣੀ ਜ਼ਿੰਮੇਵਾਰੀ ਕਿਸੇ ਨਾ ਕਿਸੇ ਦੇ ਲੇਖੇ ਲਾ ਕੇ ਜਾਂਦਾ ਹੈ। ਔਰ ਜਦੋਂ ਲਾ ਕੇ ਜਾਂਦਾ ਤੇ ਹੁਕਮ ਇਹ ਹੋ ਜਾਂਦਾ ਆ ਕਿ ਹੁਣ ਮੈਂ ਜਾ ਰਿਹਾ ਕਿਸੇ ਕੰਮ ਦੇ ਲਈ, ਤੇ ਮੇਰੇ ਤੋਂ ਸੈਕਿੰਡ ਨੰਬਰ ਤੇ ਜਿਹਨੂੰ ਮੈਂ ਠਹਿਰਾਇਆ, ਜਿਹਨੂੰ ਮੈਂ ਅਧਿਕਾਰ ਦਿੱਤਾ ਆ, ਤੁਸੀਂ ਇਹਦੀ ਸੁਣਨੀ ਹੈ। ਜੋ ਇਹ ਤੁਹਾਨੂੰ ਕਵੇ ਤੁਸੀਂ ਉਹਦੀ ਸੁਣਨੀ ਆ। ਜੇ ਤੁਸੀਂ ਨਹੀਂ ਸੁਣੋਗੇ ਤੇ ਆ ਕੇ ਮੈਂ ਤੁਹਾਨੂੰ ਸਜ਼ਾ ਦੇਵਾਂਗਾ। ਉਸੇ ਤਰ੍ਹਾਂ ਅੱਜ ਜਿਹੜੇ ਕਹਿੰਦੇ ਕਿ ਯਿਸੂ ਨੂੰ ਵਿੱਚ ਰੱਖਣ ਦੀ ਜ਼ਰੂਰਤ ਨਹੀਂ ਆ, ਉਹਨਾਂ ਦੇ ਲਈ ਸਜ਼ਾ ਦਾ ਹੁਕਮ ਹੋ ਚੁੱਕਿਆ ਆ। ਹੋਣ ਵਾਲਾ ਨਹੀਂ ਬਲਕਿ ਹੋ ਚੁੱਕਾ ਹੈ। ਇਸ ਲਈ ਧਿਆਨ ਕਰ, ਗੌਰ ਕਰ, ਜਿਹਨੂੰ ਤੂੰ ਰੋਸ਼ਨੀ ਸਮਝਦਾ ਹੈ ਕਿਤੇ ਉਹ ਹਨੇਰਾ ਤੇ ਨਹੀਂ। ਤੇ ਯਿਸੂ ਮਸੀਹ ਨੇ ਸਿੱਧਾ ਕਹਿ ਦਿੱਤਾ, ਜਿਹੜੇ ਪਰਮੇਸ਼ਵਰ ਨੂੰ ਤੁਸੀਂ ਪਰਮੇਸ਼ਵਰ ਕਰਕੇ ਮੰਨਦੇ ਹੋ, ਮੈਂ ਤੁਹਾਨੂੰ ਕਲੀਅਰ ਕਰ ਦੇਣਾ, यदि तुमने मुझे जाना होता तो मेरे पिता को भी जान जाते। जिसने यीशु को नहीं जाना हो वह पिता को भी जान नहीं सकता, और अब उसे जानते हो, उसे देखा भी है। परमेश्वर को नहीं देखा, लेकिन परमेश्वर के बेटे की सूरत को जिसने देख लिया उसने परमेश्वर को देख लिया। और 8 वर्ष में लिखा है, फिर उसने उससे कहा, हे प्रभु, पिता को हमें दिखा, यही हमारे लिए बहुत है। यीशु ने उसे उत्तर दिया, हे फिलिप्पस, मैं इतने दिन से तुम्हारे साथ हूं और क्या तू मुझे नहीं जानता? जिसने मुझे देखा उसने पिता को देखा। तो क्यों कहता है कि पिता को हमें दिखा? और यूहन्ना 17:17 में लिखा है, सत्य के द्वारा उन्हें पवित्र कर, तेरा वचन सत्य है और वचन यीशु मसीह है। हालेलुया। सो सच के द्वारा उन्हें पवित्र कर, सच के द्वारा ही इंसान पवित्र हो सकता है। जो सच ही नहीं जानता तो अपने आप को किसी भी कीमत के उत्ते पवित्र ठहरा नहीं सकता, अपने आप को यह कह नहीं सकता कि मैं सच्चाई दे विच हां, मैं पवित्रताई दे विच हां, क्योंकि सच ते पवित्रताई दा आपस विच रिश्ता है। पवित्र बनो क्योंकि तुहाडा बुलाउण वाला पवित्र है। हालेलुया। सच ते खड़े होवो क्योंकि तुहाडा बुलाउण वाला खुद सच है। तो यीशु मसीह ने कहा, जेडे सच नूं तुसीं लभना चाहुंदे हो, बादशाह जे सच दे बारे गल कर रहा है, यीशु कहंदा कोई होर नहीं बल्कि तेरे सामने ही, पर अफसोस है कि तेन मैं हुण दस भी दिता है, पर फिर भी तू मैनूं पहचान नहीं। उन्हें कह भी दिता कि सच मैं ही हाँ, पर फिर भी बादशाह पहचान ना सकिया। इहदे बावजूद भी हनेरे दे पुत्र ने चानण दे पुत्र दे लई हुक्म कर दिता कि जो तुसीं चाहुंदे हो इहदे नाल कर सकते हो। इसका मतलब जानते हुए भी अनजान हो गया। उन्हें अपनी बादशाही दे वाल देखा, अपने तख्त दे वाल देखा, पर यीशु मसीह दे वाल नहीं देखा। उन्हें इस जहान की 70-80 साल की जिंदगी वाल देखा, पर यीशु मसीह दे वाल नहीं देखा। उन्हें लोगों की दहशत वाल देखा कि किते मैं इनू जे सजा ना दी तो लोग मेरे खिलाफ ना हो जाए, मेरी गद्दी किते खतरे में ना पै जाए। उन्हें अपनी गद्दी वाल देखा, पर हमेशा की जिंदगी देने वाले यीशु मसीह दी वाल नहीं देखा। उन्हें इस जहान की शौहरत वाल देखा, उन्हें इस जहान की बादशाही वाल देखा, लेकिन जिहड़ी बादशाही मसीह यीशु देने वाला है उहदे वाल उन्हें नहीं देखा। जानते हुए भी अनजान हो गया। और अज भी असीं देखते हैं दुनिया में बहुत सारे लोग इस तलीम नूं सुनते हैं, सुन के उन्होंने कोल जवाब भी कोई नहीं है, पर मनने के लिए भी तैयार नहीं है। और दिन प्रति दिन असीं देखते हैं कि इस कलाम की मुखालफत हो रही है, इस तलीम की मुखालफत हो रही है, लेकिन समझौता जिहड़े कर जाते हैं वो सच तो फिर जाते हैं। हालेलुया। सो किसी भी कीमत ते जिंदगी दे विच जो मर्जी हो जाए, कदे भी समझौता नहीं करना, क्योंकि समझौता जिहड़ा है जदों असीं कर लेंदे हैं तो परमेश्वर के राह तो फिर भटक जाते हैं। समझौता करने का अर्थ है कि असीं लोकां वाल देखण लग पे यीशु तो नज़र हटा लईए। ते कलाम ये कहंदा, जे तू चाहुंदा है कि तेरा ईमान पूरा होवे तो फिर उस ईमान नूं पैदा करने वाले ते पूरा करने वाले यीशु मसीह वाल देखना सिर्फ। हालेलुया। जे असीं ईमान की सूरत नूं देखना चाहुंदे हैं, ईमान नूं काम करदे देखना चाहुंदे हैं, तो फिर लोग की कहते हैं ये वाल नहीं देखना, बल्कि यीशु मसीह दे वाल देखते रहना है।
ਲੋਕ ਬੜਾ ਕੁਝ ਕਹਿੰਦੇ ਸੀਗੇ, ਅਬਰਾਹਮ ਉਹਨਾਂ ਵਾਲੇ ਬੜਾ ਕੁਝ ਕਹਿੰਦੇ ਸੀ मूसा ਬਾਰੇ, ਲੇਕਿन ਉਹਨਾਂ ਲੋਕਾਂ ਨੇ ਦੁਨੀਆ ਦੀ ਪਰਵਾਹ ਨਹੀਂ ਕੀਤੀ, ਬਲਕਿ ਪਰਮੇਸ਼ਵਰ ਦੇ ਨਾਲ ਚੱਲਦੇ ਰਹੇ। ਬੜੀ ਦੁਨੀਆ ਵਿੱਚ ਮਜ਼ਾਕ ਪਹਿਲਾਂ ਵੀ ਉੜੇ ਆ, ਅੱਜ ਵੀ ਉੜਦੇ ਆ, ਤੇ ਜਦੋਂ ਤੱਕ ਮਸੀਹ ਯਿਸੂ ਨਹੀਂ ਆ ਜਾਂਦਾ ਉਦੋਂ ਤੱਕ ਉੜਦੇ ਰਹਿਣਗੇ। ਲੋਕਾਂ ਨੇ ਨੂਹਾਂ ਦਾ ਵੀ ਮਜ਼ਾਕ ਉਡਾਇਆ ਸੀ, ਬੇਵਕੂਫਾ, ਬਾਰਿਸ਼ ਦਾ ਕਿਤੇ ਨਾਮੋ ਨਿਸ਼ਾਨ ਨਹੀਂ, ਤੇ ਇਹ ਏਡੀ ਵੱਡੀ ਕਿਸ਼ਤੀ ਐਵੇਂ ਸੁਪਨੇ ਦੇ ਵਿੱਚ ਹੀ ਬਣਾਈ ਜਾ ਰਿਹਾ। ਪਰ ਜਦੋਂ ਸਭ ਕੁਝ ਹੋ ਚੁੱਕਿਆ ਤੇ ਫਿਰ ਉਹੀ ਲੋਕ ਟੱਕਰਾਂ ਮਾਰਦੇ ਸੀ ਉਸ ਕਿਸ਼ਤੀ ਦੇ ਵਿੱਚ, ਕਿਸੇ ਤਰ੍ਹਾਂ ਦਰਵਾਜ਼ਾ ਖੁੱਲ ਜਾਵੇ। ਬੜਾ ਉਹਨਾਂ ਨੇ ਜ਼ੋਰ ਲਾਇਆ, ਨੂਹਾਂ ਨੂੰ ਬੜੀਆਂ ਆਵਾਜ਼ਾਂ ਮਾਰੀਆਂ, ਪਰ ਅਫਸੋਸ ਕਿ ਉਸ ਕਿਸ਼ਤੀ ਦਾ ਦਰਵਾਜ਼ਾ ਅੰਦਰੋਂ ਨਹੀਂ ਸੀ ਲੌਕ ਹੋਇਆ। ਅਗਰ ਅੰਦਰੋਂ ਲੌਕ ਪਰਮੇਸ਼ਰ ਨੇ ਰੱਖਿਆ ਹੁੰਦਾ ਤੇ ਜ਼ਰੂਰ ਨੂਹਾ ਇਨਸਾਨ ਹੁੰਦੇ ਹੋਏ ਉਹਦਾ ਅੰਦਰੋਂ ਜਿਹੜਾ ਤਾਲਾ ਉਹ ਖੋਲ ਦਿੰਦਾ, ਪਰ ਅਫਸੋਸ ਪਰਮੇਸ਼ਰ ਨੇ ਉਸ ਦਰਵਾਜ਼ੇ ਨੂੰ ਬਾਹਰ ਤੋਂ ਬੰਦ ਕੀਤਾ ਸੀ। ਹਾਲੇਲੂਇਆ। ਤੇ ਜਿਹਨੂੰ ਪਰਮੇਸ਼ਰ ਖੋਲੇ ਉਹਨੂੰ ਕੋਈ ਬੰਦ ਨਹੀਂ ਕਰ ਸਕਦਾ, ਤੇ ਜਿਹਨੂੰ ਬੰਦ ਕਰ ਦੇਵੇ ਉਹਨੂੰ ਕੋਈ ਖੋਲ ਨਹੀਂ ਸਕਦਾ। ਨੂਹ ਦੇ ਲਈ ਮਜਬੂਰੀ ਸੀ, ਕਹਿੰਦਾ ਮੈਂ ਤੇ ਤੁਹਾਨੂੰ ਬੜਾ ਕਿਹਾ ਸੀ, ਬੜਾ ਸਮਝਾਇਆ ਸੀ ਵੀ ਕੁਝ ਹੋਣ ਵਾਲਾ ਆ, ਤੁਸੀਂ ਮੇਰੇ ਕੋਲ ਆਉਂਦੇ ਸੀ, ਮੈਂ ਤੁਹਾਨੂੰ ਬੜਾ ਦੱਸਿਆ, ਪਰ ਤੁਸੀਂ ਮੰਨਣ ਦੇ ਲਈ ਤਿਆਰ ਨਹੀਂ ਹੋਏ। ਤੇ ਹੁਣ ਅਫਸੋਸ ਹੈ, ਜਦੋਂ ਤੱਕ ਦਰਵਾਜ਼ਾ ਖੁੱਲਾ ਸੀ ਮੈਂ ਤੁਹਾਨੂੰ ਕਹਿੰਦਾ ਸੀ ਆ ਜਾਓ, ਪਰ ਹੁਣ ਮੇਰੇ ਬਸ ਦਾ ਕੰਮ ਨਹੀਂ ਰਿਹਾ। ਹੁਣ ਦਰਵਾਜ਼ਾ ਬੰਦ ਮੈਂ ਨਹੀਂ ਕੀਤਾ, ਬਲਕਿ ਜਿਹਨੇ ਕਿਸ਼ਤੀ ਦਾ ਹੁਕਮ ਦਿੱਤਾ ਸੀ ਉਹਨੇ ਬਾਹਰ ਤੋਂ ਦਰਵਾਜ਼ਾ ਬੰਦ ਕੀਤਾ। ਹੁਣ ਇਹ ਅੰਦਰੋਂ ਕਿਸੇ ਵੀ ਤਰ੍ਹਾਂ ਅੰਦਰੋਂ ਨਹੀਂ ਖੁੱਲ ਸਕਦਾ। ਸੋ ਅੱਜ ਦੇਖਦੇ ਹਾਂ ਕਿ ਇਸ ਤਾਲੀਮ ਦਾ ਵਿਰੋਧ ਤੇ ਬੜਾ ਹੋ ਰਿਹਾ, ਲੇਕਿਨ ਅੰਦਰ ਖਾਤੇ ਉਹਨਾਂ ਦਾ ਅੰਤਰ ਆਤਮਾ ਇਹ ਜਾਣਦਾ ਹੈ ਕਿ ਸੱਚ ਇਹੋ ਹੀ ਹੈ। ਹਾਲੇਲੂਇਆ। ਲੇਕਿਨ ਵਿਰੋਧ ਕਿਉਂ ਹੋ ਰਿਹਾ? ਕਿਉਂਕਿ ਇਸ ਸੱਚ ਦੇ ਉੱਤੇ ਚੱਲਣਾ ਬੜਾ ਚੱਲਿਆ ਨਹੀਂ ਜਾ ਸਕਦਾ, ਇਸ ਲਈ ਮੁਸ਼ਕਲ ਹੈ। ਇਸ ਸੱਚ ਤੇ ਖੜ ਨਹੀਂ ਸਕਦੇ, ਇਸ ਲਈ ਮੁਸ਼ਕਲ ਆ। ਤੇ ਯਿਸੂ ਮਸੀਹ ਜਿਹਨੂੰ ਮੰਨਦੇ ਆ ਉਹ ਤੇ ਜਿਹਦੇ ਬਾਰੇ ਬੜੀ ਅਣਖ ਰੱਖਦੇ ਆ, ਉਹ ਯਿਸੂ ਮਸੀਹ ਕਹਿੰਦਾ ਓਨੀ ਦੇਰ ਤੱਕ ਆਜ਼ਾਦ ਨਹੀਂ ਹੋ ਸਕਦੇ ਜਿੰਨੀ ਦੇਰ ਤੱਕ ਸੱਚ ਨੂੰ ਬਰੀਕੀ ਦੇ ਨਾਲ ਜਾਣ ਨਹੀਂ ਲੈਂਦੇ। ਤੇ ਉਸਤਾਦ ਮੇਰੇ ਨੇ ਇੱਕ ਵਾਰੀ ਬੜੀ ਜ਼ਬਰਦਸਤ ਗੱਲ ਦੱਸੀ ਸੀ, ਕਹਿੰਦਾ ਪਹਿਲਾਂ ਲੋਕ ਸੱਚ ਦੀ ਤਲਾਸ਼ 'ਚ ਰਹਿੰਦੇ ਆ, ਪਰ ਜਦੋਂ ਸੱਚ ਮਿਲ ਜਾਵੇ ਫਿਰ ਸੱਚ ਦੇ ਵਿੱਚੋਂ ਸੱਚ ਨੂੰ ਲੱਭਣਾ ਆ। ਅੱਜ ਦੁਨੀਆ ਸੱਚ ਤੱਕ ਤੇ ਪਹੁੰਚ ਗਈ ਹੈ, ਪਰ ਉਸ ਸੱਚ ਦੀ ਗਹਿਰਾਈ ਦੇ ਵਿੱਚ ਨਹੀਂ ਵੜੀ। ਉਹ ਜਿੰਨੀ ਦੇਰ ਤੱਕ ਗਹਿਰੇ ਦੇ ਵਿੱਚ ਨਹੀਂ ਜਾਵਾਂਗੇ। ਗਾਉਣਾ ਤੇ ਹਰੇਕ ਬੰਦੇ ਨੂੰ ਆਉਂਦਾ ਹੈ, ਔਰ ਗਾ ਹਰੇਕ ਬੰਦਾ ਲੈਂਦਾ, ਵੱਖਰੀ ਗੱਲ ਹੈ ਕਿ ਸੁਰ 'ਚ ਗਾਉਂਦਾ ਹੈ ਕਿ ਬੇਸੁਰਾ ਗਾਉਂਦਾ ਹੈ। ਲੇਕਿਨ ਜਿਹੜੇ ਸੁਰ ਦੀ ਪਹਿਚਾਣ ਰੱਖਣ ਵਾਲੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸੁਰ ਦੇ ਵਿੱਚ ਨਹੀਂ ਆ। ਔਰ ਬੜੇ ਕਲਾਕਾਰ ਆ ਦੁਨੀਆ ਦੇ ਵਿੱਚ ਜਿਹੜੇ ਸੁਰ ਦੇ ਵਿੱਚ ਗਾਉਂਦੇ ਆ, ਲੇਕਿਨ ਕਿਤੇ ਨਾ ਕਿਤੇ ਜਾ ਕੇ ਫਿਰ ਵੀ ਬੇਸੁਰੇ ਹੋ ਜਾਂਦੇ ਆ। ਕਿਉਂ ਹੋ ਜਾਂਦੇ ਆ? ਕਈਆਂ ਦੀ ਕੋਸ਼ਿਸ਼ ਹੈ ਕਿ ਮੈਂ ਜਿੰਨਾ ਗਾਵਾਂ ਥੋੜਾ ਗਾਵਾਂ, ਪਰ ਕਿਤੇ ਵੀ ਬੇਸੁਰਾ ਨਾ ਹੋਵਾਂ। ਉਹ ਫਿਰ ਲੋਕ ਹਾਰਮੋਨੀਅਮ ਦੀ ਤਹਿ ਤੱਕ ਜਾਂਦੇ ਆ, ਸੁਰਾਂ ਦੀ ਤਹਿ ਤੱਕ ਜਾਂਦੇ ਆ, ਉਹਦੀ ਗਹਿਰਾਈ ਤੱਕ ਜਾਂਦੇ ਆ, ਔਰ ਉਹਦੇ ਪੂਰੇ ਗਿਆਨ ਨੂੰ ਹਾਸਲ ਕਰਦੇ ਆ। ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਕਿ ਅਸੀਂ ਬੇਸੁਰਾ ਨਾ ਗਾ ਸਕੀਏ। ਨੁਸਰਤ ਫਤਿਹ ਅਲੀ ਖਾਨ ਵਰਗੇ ਬੰਦੇ ਜਿਹਨਾਂ ਨੂੰ ਉਸਤਾਦਾਂ ਦਾ ਉਸਤਾਦ ਕਿਹਾ ਗਿਆ, ਉਹ ਵੀ ਕਈ ਜਗ੍ਹਾ ਦੇ ਉੱਤੇ ਬੇਸੁਰੇ ਹੋ ਗਏ ਫਿਰ ਪੁਰਾਣੇ ਦਿਨਾਂ ਦੇ ਵਿੱਚ। ਲੇਕਿਨ ਬੇਸੁਰੇ ਹੋ ਕੇ ਉਹਨਾਂ ਨੇ ਕੋਸ਼ਿਸ਼ ਨਹੀਂ ਛੱਡੀ। ਉਹਨਾਂ ਨੂੰ ਪਤਾ ਸੀ ਕਿ ਅਸੀਂ ਕੁਛ ਨਿਸ਼ਾਨ ਛੱਡ ਕੇ ਜਾਣਾ ਆ। ਬੇਸੁਰੇ ਹੁੰਦੇ ਇੱਕ ਦਿਨ ਸੁਰ ਵਾਲੇ ਬਣ ਗਏ। ਸੋ ਅਸੀਂ ਵੀ ਸੱਚ ਤੱਕ ਪਹੁੰਚੇ ਆ, ਸੱਚ ਦੇ ਅੱਗੇ ਆ ਕੇ ਖੜੇ ਹੋ ਗਏ। ਹੁਣ ਸੱਚ ਦੀਆਂ ਗਹਿਰਾਈਆਂ ਤੱਕ ਜਾਣਾ ਹੈ। ਜਦੋਂ ਗਹਿਰਾਈਆਂ ਤੱਕ ਜਾਵਾਂਗੇ ਤੇ ਸੱਚ ਦੀਆਂ ਪਰਤਾਂ ਜਿਹੜੀਆਂ ਉਹ ਖੁੱਲਣੀਆਂ ਸ਼ੁਰੂ ਹੋਣਗੀਆਂ, ਔਰ ਫਿਰ ਉਹ ਯਿਸੂ ਦਾ ਵਾਕ ਪੂਰਾ ਹੋਵੇਗਾ। ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਬਾਦਸ਼ਾਹ ਨੂੰ ਪਤਾ ਸੀ ਕਿ ਮੈਂ ਇਨਸਾਫ ਕਰਨ ਦੇ ਲਈ ਠਹਿਰਾਇਆ ਗਿਆ ਹਾਂ, ਮੈਂ ਸੱਚ ਦੇ ਲਈ ਠਹਿਰਾਇਆ ਗਿਆ ਹਾਂ, ਮੈਂ ਸੱਚ ਦੇ ਉੱਤੇ ਇਨਸਾਫ ਕਰਨ ਦੇ ਲਈ ਠਹਿਰਾਇਆ ਗਿਆ ਹਾਂ, ਮੈਂ ਸੱਚ ਨੂੰ ਪੇਸ਼ ਕਰਨ ਦੇ ਲਈ ਠਹਿਰਾਇਆ ਗਿਆ ਹਾਂ। ਪਰ ਯਿਸੂ ਦੇ ਬਾਰੇ ਉਹ ਸੱਚ ਦੇ ਉੱਤੇ ਫਿਰ ਵੀ ਖੜਾ ਨਹੀਂ ਰਹਿ ਸਕਾ, ਬਲਕਿ ਝੂਠ ਦਾ ਸਹਾਰਾ ਲੈ ਲਿਆ। ਝੂਠੇ ਲੋਕਾਂ ਤੋਂ ਖੌਫ ਖਾਂਦੇ ਹੋਏ ਉਹਨੇ ਸੱਚ ਨੂੰ ਆਪਣੇ ਜ਼ਿੰਦਗੀ ਦੇ ਵਿੱਚੋਂ ਅਲੱਗ ਕਰ ਦਿੱਤਾ। ਸੋ ਇਸ ਲਈ ਕਲਾਮ ਕਹਿੰਦਾ ਹੈ ਕਿ ਰਾਹ ਵੀ ਉਹੋ ਹੀ ਹੈ, ਸੱਚਾਈ ਵੀ ਉਹੋ ਹੀ ਹੈ, ਤੇ ਜ਼ਿੰਦਗੀ ਵੀ ਉਹੋ ਹੀ ਹੈ। ਸੋ ਅਸੀਂ ਉਸ ਸੱਚਾਈ ਦੇ ਵੱਲ ਦੇਖਣਾ, ਔਰ ਉਸ ਹੱਦ ਤੱਕ ਦੇਖਣਾ ਜਦੋਂ ਉਹਦੀ ਸੱਚਾਈ ਦੀ ਪੂਰੀ ਗਹਿਰਾਈ ਤੱਕ, ਤਹਿ ਤੱਕ ਪਹੁੰਚ ਜਾਈਏ। ਹਾਲੇਲੂਇਆ। ਮੈਨੂੰ ਯਾਦ ਆ ਸਾਡੇ ਨਾਲ ਭਾਜੀ ਉਹਨਾਂ ਦਾ ਇੱਕ ਜਾਣਕਾਰ ਮੁੰਡਾ ਹੈਰੀ ਸੀਗਾ, ਉਹ ਸਾਡੇ ਨਾਲ ਮਿਸਤਰੀ ਦਾ ਕੰਮ ਕਰਨ ਚਲੇ ਗਿਆ। ਤੇ ਹੁਣ ਸਾਡੇ ਨਾਲ ਜਿਹਨੇ ਕੰਮ ਕਰਨਾ ਅਸੀਂ ਦੱਸੀ ਜਾਣਾ, ਭਾਈ ਇੱਥੇ ਵੀ ਗਲਤ ਹੈ, ਭਾਈ ਇੱਥੇ ਵੀ ਗਲਤ, ਤੇਰੀ ਆ ਵੀ ਇੱਟ ਗਲਤ ਹੈ, ਤੇਰੀ ਆ ਵੀ ਗਲਤ। ਕਹਿੰਦਾ ਯਾਰ ਮੈਨੂੰ ਇੰਨੀ ਦੇਰ ਕੰਮ ਕਰਦੇ ਨੂੰ ਹੋ ਗਈ, ਅੱਜ ਤੱਕ ਕਿਸੇ ਨੇ ਨਹੀਂ ਕਿਹਾ ਵੀ ਤੇਰੀ ਇੱਟ ਗਲਤ ਆ। ਤੇ ਤੁਸੀਂ ਆ ਕਹਿੰਦਾ ਜਿਹੜਾ ਕਹੀ ਨਾ, ਇਹ ਤੇ ਕਹਿੰਦਾ ਬੜਾ ਸੋਹਣਾ ਮਿਸਤਰੀਆਂ ਜਿੰਨੀ ਦਿਹਾੜੀ ਵੀ ਲੈ ਕੇ ਆਈਦੀ ਹੈ। ਕੰਮ ਹੁਣ ਉਹ ਵੀ ਕਰਦਾ ਹੈ ਤੇ ਕੰਮ ਕਾਰੀਗਰ ਵੀ ਕਰਦੇ ਆ। ਕੰਮ ਕਰਨ ਦੇ ਵਿੱਚ ਬੜਾ ਫਰਕ ਹੈ। ਮੈਂ ਕਿਹਾ ਤੈਨੂੰ ਕੋਈ ਇਸ ਕਰਕੇ ਨਹੀਂ ਸੀ ਕਹਿੰਦਾ ਕਿਉਂਕਿ ਉਹ ਚਾਹੁੰਦੇ ਨਹੀਂ ਕਿ ਤੂੰ ਸਿੱਧੀਆਂ ਲਾਵੇਂ, ਉਹ ਚਾਹੁੰਦੇ ਆ ਤੂੰ ਇੱਦਾਂ ਦੀਆਂ ਲਾਉਂਦਾ ਰਵੇਂ, ਤੈਨੂੰ ਸਿੱਧੀ ਕਦੀ ਲਾਉਣੀ ਨਾ ਆਵੇ। ਸਾਡੀ ਮਜਬੂਰੀ ਇਹ ਆ ਵੀ ਜਿਹਨੇ ਸਾਡੇ ਨਾਲ ਚੱਲਣਾ ਆ, ਸਾਡੀ
एक कमी कह लो या खूबी कह लो भी असीं चाहुंदे आ भी जिहने जिहड़ा काम करना वो बिल्कुल सही करे। असीं ते दुनियावी तरीके विच भी अपने नाल दे साथियां नूं कदी गलत काम करन नहीं सी दित्ता, ते इह ते फिर खुदा दा काम आ। इहदे विच असीं किसी भी कीमत दे उत्ते गलत नूं बर्दाश्त नहीं कर सकते। सो काम ते सारे ही करी जांदे आ, दुनिया दे विच भी सारे लोग काम करी जांदे आ, लेकिन ना उन्हां दा होया जिन्हां ने क्वालिटियां पेश कीतियां। और रूहानी तौर दे उत्ते भी बड़े काम करने वाले आ, लेकिन ना उन्हां दा रहूगा जिन्हां ने उस तरीके दे नाल रदा लाया जिवें पौलुस कहंदा आ मैं समझदार राज मिस्त्री वांगू रदा रख दिता है। ते जिहड़ा मैं रखिया उहनूं कहंदा पूरे गुणीए दे विच, पूरे साल दे विच ते पूरे लैवल दे विच इह रदा मैं लाया। ते हुण इह रदा ला के इह दीवार मैं तुहाडे हवाले कर दित्ती आ। ते हुण ध्यान रखियो बुनियाद गलत नहीं आ, बुनियाद मैं बिल्कुल सही रख दित्ती आ। हुण जिहने इहदे उत्ते रदे लाउणे आ वो थोड़ा जिहा ध्यान दे के लावे, सुरत दे विच लावे। याद रखियो ये जिहड़े तुसीं उपर रदे लाउणे आ, मैनूं पता मैं सही ला दित्ता आ, पर जिहड़ां ने उपर लाउणे आ उहनां नूं मैं वार्न करदा आ, उहनां नूं मैं एकदम चेतावनी दिंदा भी ध्यान दे नाल लाइयो, क्योंकि ਇਹ परखिया जाना काम, ਇਹ ਅੱਗ ਦੇ ਵਿੱਚੋਂ ਨਿਕਲਣਾ ਆ। ਜਿਹਦਾ ਰਦਾ ਸਹੀ ਲੱਗਿਆ ਹੋਵੇਗਾ ਉਹਨੂੰ ਹੀ ਇਨਾਮ ਮਿਲੇਗਾ, ਜਿਹਦਾ ਰਦਾ ਸਹੀ ਨਹੀਂ ਲੱਗਿਆ ਹੋਵੇਗਾ ਇਨਾਮ ਤੋਂ ਵੀ ਵਾਂਝਾ ਰਹਿ ਜਾਵੇਗਾ ਤੇ ਲੱਗਿਆ ਲਗਾਇਆ ਰਦਾ ਵੀ ਪੁੱਟ ਦਿੱਤਾ ਜਾਵੇਗਾ। ਸੱਚ ਨੂੰ ਜਾਣੋਗੇ ਤੇ ਸੱਚ ਤੁਹਾਨੂੰ आजाद करेगा। यसु मसीह का वाक्य है, सच ਨੂੰ ਜਾਣੋਗੇ ਇਹਦਾ मतलब सच ਦੇ ਸਾਹਮਣੇ ਆ ਜਾਣਾ ਜਾਂ सच ਤੁਹਾਡੇ ਸਾਹਮਣੇ ਆ ਜਾਵੇ ਇੰਨਾ ਕਾਫੀ ਨਹੀਂ, बल्कि सच ਦੀ ਗਹਿਰਾਈ ਤੱਕ, ਉਹਦੀਆਂ ਤਹਿਵਾਂ ਤੱਕ, ਉਹਦੀਆਂ ਪਰਤਾਂ ਤੱਕ ਜਾਣਾ ਆ। ਬੰਦੇ ਨੂੰ ਪਤਾ ਹੈ ਵੀ ਸਮੁੰਦਰ ਦੇ ਵਿੱਚੋਂ ਮੋਤੀ ਮਿਲਦੇ ਆ, ਇਹ ਪਤਾ ਹੈ। ਬੰਦੇ ਨੂੰ ਪਤਾ ਹੈ ਕੋਲੇ ਦੀ ਖਾਨ ਦੇ ਵਿੱਚੋਂ ਹੀਰਾ ਮਿਲਦਾ ਹੈ, ਇਸ ਗੱਲ ਦਾ ਪਤਾ ਹੈ। ਸਾਇੰਟਿਸਟਾਂ ਨੂੰ ਪਤਾ ਹੈ इस जगह के उत्ते सोना छिपिया होया, किस हद तक छिपिया, किस गहराई तक छिपिया, ये भी उन्होंने पता है। हुण एक बंदे नूं ये कह दो इत्थे सोना है तो उन्हें कहना अभी मजाक करन दे बेवकूफ, मिट्टी मिट्टी है, सोना कित्थे है। पर उस तह तक पहुंचने वाले नूं पता है जिन्होंने पता भी इत्थे सोना हैगा, ते जिहड़े तह तक पहुंचते हैं वो सोना फिर कढ लिआउंदे आ। और जिहड़े समुंदर दे विच फिर गोतेखोर जांदे आ वो भी मोती लए बिना वापस। तेरा मतलब ये भी जो पहली बारी गोतेखोर गया पहली बारी मोती ले आता है, पहली बारी निराश होता है, लेकिन बार बार जाता है, एक दिन जरूर सफल हो जाता। तो मोती जो हाथ में होवे फिर कह सकता मैं मोती प्राप्त कर लिया। तो लिखा भी ये यसु मसीह अनमोल मोती है, ये वो मोती है जिहदे बारे लिखा भी जो एक बंदे नूं पता लगा, एक व्यापारी नूं पता लगा तो उन्हें अपना सब कुछ वेच दिता तो उस मोती नूं कीमत का पता लग गया भी सब कुछ बेच के भी जे हासिल हो जाए तो ये वर्गी कोई कीमत नहीं है। हालेलुया। मैंने याद है कश्मीर का बादशाह सी ते अफगानिस्तान के बादशाह के नाल युद्ध चल रहा सी और उन्होंने गुलाम बना के लै गया। और उस वक्त महाराजा रणजीत सिंह का राज चल रहा सी। तो महाराजा रणजीत सिंह के नाल उस बादशाह की श्रीनगर के बादशाह की औरत ने सौदा किया कि अगर तू मेरे बंदे नूं दुश्मन की कैद तो छुड़ा के लै आवें तो मेरे कोल दुनिया का नायाब हीरा आ, जे तो उपर अज की डेट तक भी हीरा नहीं हो सकिया। कि अगर तो मेरे बंदे नूं दी कैद तो आज़ाद करवा के लै आवें तो वह हीरा मैं तैनूं दे देवांगी। तो महाराजा रणजीत सिंह ने फिर युद्ध किया और उहदे चंगल तो फिर उहदे बंदे नूं आज़ाद करा के लिआंदा। तो उस औरत ने वह कोहिनूर हीरा जिहड़ा सीगा वह महाराजा रणजीत सिंह के हवाले किया सी। हालेलुया। हुण एक पासे हीरा सीगा, एक पासे बंदा सी। बंदा होर भी मिल सकता सी उन्होंने, पर हीरा होर क्यों भैन जी तुसीं तन्ने मुका लिया। बंदा होर मिल सकता सी जिहदे कोल हीरा सी, पर उन्होंने पता सी इस हीरे नालों भी ज़्यादा कीमत मेरे बंदे दी। हालेलुया। अज दुनिया के हीरिया ने मगर दुनिया भजी फिरती है, उन्होंने ये नहीं पता जिहड़ा हीरा मिलने वाला आ उस हीरे के सामने इन्हां हीरियां की कोई भी वैल्यू नहीं है। पर ये उहो ही बंदे समझ सकते हैं जिन्हां नूं सच की गहराई का पता आ। जिहड़े उपर उपर ही तैरते वो कदे मोती प्राप्त नहीं करते, उन्होंने कदे मोती नसीब नहीं होंदे। उकाब नूं कहंदे भी तू उचाई के उत्ते उड़दा है तो उचाइयां के उत्ते खतरा हुंदा,
ਕਹਿੰਦਾ ਉਚਾਈਆਂ ਦੇ ਉੱਤੇ ਖਤਰਾ ਹੁੰਦਾ ਹੈ, ਮੈਨੂੰ ਪਤਾ ਹੈ, ਪਰ ਖਤਰਿਆਂ ਦੇ ਨਾਲ ਖੇਡਣ ਦੇ ਲਈ ਹੀ ਪਰਮੇਸ਼ਰ ਨੇ ਮੇਰਾ ਜਨਮ ਕੀਤਾ ਹੈ। ਹਾਲੇਲੂਇਆ। ਸੋ ਇਹ ਖਤਰਿਆਂ ਦੀ ਜ਼ਿੰਦਗੀ ਆ। ਸੱਚ ਜਿਹੜਾ ਹਮੇਸ਼ਾ ਹੀ ਖਤਰਨਾਕ ਹੋਇਆ, ਔਰ ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਹੀ ਸਜ਼ਾਵਾਂ ਮਿਲੀਆਂ। ਇਸੇ ਲਈ ਖੁਦਾ ਚਾਹੁੰਦਾ ਆ ਕਿ ਤੁਸੀਂ ਸੱਚ ਨੂੰ ਜਾਣੋ। ਔਰ ਯਾਦ ਰੱਖਿਓ, ਸੱਚ ਨੂੰ ਪ੍ਰਾਪਤ ਕਰਨਾ ਕੋਈ ਸੌਖਾ ਕੰਮ ਨਹੀਂ ਹੈ। ਤੇ ਸਜ਼ਾਵਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ ਹੈ, ਤੇ ਅੱਗ ਦੀਆਂ ਭੱਠੀਆਂ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ, ਇਹ ਸ਼ੇਰਾਂ ਦੇ ਮੂੰਹਾਂ ਦੇ ਵਿੱਚੋਂ ਦੀ ਗੁਜ਼ਰਨਾ ਪੈਣਾ ਆ। ਇੱਥੋਂ ਤੱਕ ਅਗਰ ਤੁਸੀਂ ਪਹੁੰਚ ਗਏ ਤੇ ਫਿਰ ਤੁਸੀਂ ਸੱਚ ਨੂੰ ਜਾਣ ਸਕੋਗੇ। ਤੁਸੀਂ ਬੇਸ਼ੱਕ ਇਸ ਜਹਾਨ ਵਿੱਚ ਨਾ ਰਹੋ, ਲੇਕਿਨ ਤੁਹਾਡੀ ਗਵਾਹੀ ਦਿੱਤੀ ਜਾਊਗੀ, ਕਿਉਂਕਿ ਸੀ ਜਿਹਨੇ ਸੱਚ ਨੂੰ ਪ੍ਰਾਪਤ ਕੀਤਾ। ਹਾਲੇਲੂਇਆ। ਇਸ ਲਈ ਉਹਨਾਂ ਪਤਾ ਸੀ ਸਜ਼ਾ ਓਡੀ ਖਤਰਨਾਕ ਨਹੀਂ ਹੈ ਜਿੱਡਾ ਖਤਰਨਾਕ ਪਰਮੇਸ਼ਵਰ ਦੇ ਹੱਥ ਦੇ ਵਿੱਚ ਪੈਣਾ ਹੈ। ਉਹਨਾਂ ਨੂੰ ਪਤਾ ਸੀ ਇਹ ਜ਼ਿੰਦਗੀ ਏਡੀ ਕੀਮਤੀ ਨਹੀਂ ਆ, ਪਰ ਇਹ ਅਗਰ ਅਸੀਂ ਕੁਰਬਾਨ ਵੀ ਕਰ ਦਿੱਤੀ ਤੇ ਜਿਹੜੀ ਮਿਲਣ ਵਾਲੀ ਜ਼ਿੰਦਗੀ ਆ ਉਹਦੀ ਇੱਕ ਕੀਮਤ ਹੈ। ਸੱਚ ਨੂੰ ਜਾਣੋਗੇ ਤੇ ਸੱਚ ਆਜ਼ਾਦ ਕਰੇਗਾ। ਸੱਚ ਨੂੰ ਉਸ ਗਹਿਰਾਈ ਤੱਕ ਜਾ ਕੇ ਜਾਣਨਾ ਆ, ਉਹਦੇ ਲਈ ਬੜੀਆਂ ਬੜੀਆਂ ਮੁਸ਼ਕਲਾਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਹੋਨਾ 16 ਦੀ 13 ਤੋਂ 15 ਤੱਕ ਲਿਖਿਆ, परंतु जब वह अर्थात सच्चाई का आत्मा आएगा तो तुम्हें सब सच्चाई का मार्ग बताएगा। हालेलुया। कादे लिए आएगा सच्चाई का आत्मा जी? सच का आत्मा इसलिए आऊगा भी तुहानू सच्चाई दे मार्ग तो वाकफ करावे, तुहानू सच्चाई दे मार्ग तो जाणू करवावे। सच्चाई का आत्मा इसलिए भेजा गया, पवित्र आत्मा इसलिए भेजा गया कि सानू सच्चाई तो वो वाकफ करावे। पर साडे लिए अफसोस ये है भी असी सच्चाई तो वाकफ होने के लिए तैयार, असी कहने पागरू मिल जाए बस गैर जवान बोली जाए इन्ना ही काफी आ। सच तो वाकफ होइए या सच दीयां गहराइयां तक जाइए, इस चीज नाल सानू कोई भी वास्ता नहीं है। लेकिन यीशु मसीह कह रहा है भी वो जदों आऊगा तो तुहानू सच तो वाकफ कराऊगा भी सच है की है। क्योंकि यदि वह अपनी ओर से कहे, और क्योंकि वह अपनी ओर से ना कहेगा परंतु जो कुछ सुनेगा वही कहेगा। हालेलुया। अपने वालों ते असीं तां अपने वालों बड़ा कुछ कही जाने। पाकरू गुलाम नहीं है, पाकरू परमेश्वर है। लेकिन परमेश्वर हुंदे होए भी, जिवें यीशु दे बारे लिखिया, परमेश्वर दे तुल हुंदे होए भी उन्हें उहनूं अपने कब्जे विच रखना ना चाहया। उसे तरह पाकरू भी परमेश्वर है, लेकिन फिर भी तीनों आपो विच सलाह दे नाल चलदे है, एक दूजे नूं कटदे नहीं, एक दूजे नूं रद्द नहीं करते। इसलिए लिखा पाकरू आवेगा क्योंकि वह अपनी ओर से ना कहेगा परंतु जो कुछ सुनेगा वही कहेगा और आने वाली बातें तुम्हें। हुण दो काम हो गए जी। नंबर एक, वो आऊगा कि तुहानू सच्चाई तो वाकफ करावे। नंबर दो, वो तुहानू आउण वालियां गल्लां दे बारे दसेगा। हालेलुया। ते सानू आउण वालियां ते बड़ी दूर दी गल, सानू ਜਿਹੜੀਆਂ ਅੱਜ ਦੀਆਂ ਹੈਗੀਆਂ ਇਹਨਾਂ ਬਾਰੇ ਵੀ ਪਤਾ ਅਸੀਂ ਇਹਨਾਂ ਬਾਰੇ ਵੀ ਇਹ ਜਾਣਕਾਰੀ ਨਹੀਂ ਹਾਸਲ ਕਰਦੇ। ਉਹ ਆਪਣੇ ਵੱਲੋਂ ਨਹੀਂ ਕਹੂਗਾ परंतु जो कुछ सुनूंगा, ਯਿਸੂ ਮਸੀਹ ਕਹਿੰਦਾ ਮੈਂ ਆਪਣੇ ਵੱਲੋਂ ਕੁਝ ਨਹੀਂ ਕਹਿੰਦਾ, ਮੇਰਾ ਪਿਤਾ ਜੋ ਕੁਝ ਮੈਨੂੰ ਕਹਿਣ ਦੇ ਲਈ ਕਹਿੰਦਾ ਹੈ ਮੈਂ ਉਹੀ कहना। ਉਸੇ ਤਰ੍ਹਾਂ ਪਾਕਰੂ ਵੀ ਆਪਣੇ ਵੱਲੋਂ ਕੁਝ ਨਹੀਂ ਬੋਲੇਗਾ ਬਲਕਿ ਕਹਿੰਦਾ ਵੀ ਜੋ ਕੁਝ ਸੁਣੇਗਾ ਉਹੀ बोलेगा। और 14 वर्ष लिखा, वह मेरी महिमा करेगा। हालेलुया। पाकरू कादे नहीं भेजा गया? नंबर एक, सच्चाई तो वाकफ करावे। नंबर दो, आने वाली गल्लां बारे दसे। नंबर तीन, वो मेरी महिमा करन दे लई आवेगा क्योंकि वह मेरी बातों में से लेकर तुम्हें। हालेलुया। पाकरू वफादार है। परमेश्वर हुंदे हुए भी वो अपनी मर्जी नहीं करेगा। हालेलुया। परमेश्वर हुंदे हुए भी वो अपनी मर्जी नहीं करेगा। ते परमेश्वर ने जिन्हां नूं पाकरू दिता है कि वो सच्चाई तो वाकफ होण, पाकरू परमेश्वर हुंदे हुए भी परमेश्वर तो हट के कोई काम नहीं करता। पर अफसोस जिन्हां नूं पाकरू मिलिया आ वो परमेश्वर दे प्रबंध विच रह के काम करन दे लई तैयार। पाकरू दे बारे लिखा, वो मेरियां ही गल्लां विचों लैके तुहानू, चौथा पॉइंट लिख लो जी, वो मेरियां गल्लां विचों लैके तुहानू अपने वालों कुछ भी नहीं बोलेगा। जो कुछ पिता का है वह सब मेरा है, इसलिए मैंने कहा वह मेरी बातों में से लेकर तुम्हें। यीशु दियां गल्लां विचों लैके दस्सण दा मतलब की है? परमेश्वर दियां ही गल्लां आ। हालेलुया। परमेश्वर तो बाहर होके कुछ नहीं है, इसलिए कहना मेरियां ही गल्लां दे विचों
लेके दसेगा, जो कुछ पिता का है वह सब मेरा है, इसलिए मैंने कहा कि वह मेरी बातों में से लेकर तुम्हें बताएगा। और इनू रोमियो 1:18 से लेके 21 तक बहुत वधिया ढंग नाल क्लीयर कर दिता गया। परमेश्वर का क्रोध तो उन लोगों की सब अभक्ति पर और अधर्म पर स्वर्ग से प्रकट होता है, जो सत्य को अधर्म से दबाए रखते हैं। हाँ जी भाई बिल्कुल जी, हिंदी समझो जी, नहीं तो पंजाबी चाहिए। हालेलुया। की लिखिया पंजाबी पढ़ो तुसी, रोमन चैप्टर 1 वर्स 18 to 21। जल्दी जल्दी पढ़ो पंजाबी च, कोई नहीं। एक चैप्टर वर्स 18। ਜਿਹੜੇ ਮਨੁੱਖ ਸਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ, ਜਿਹੜੇ ਮਨੁੱਖ ਸਚਾਈ ਨੂੰ ਕਾਹਦੇ ਨਾਲ ਦਬਾ ਕੇ ਰੱਖਦੇ ਜੀ? ਕੁਧਰਮ ਨਾਲ। यानी कि सच का पता लग गया है, पर ਇਹਦੇ बावजूद भी सच ਦੇ ਉੱਤੇ ਨਾ ਤੇ ਉਹਨੂੰ ਦੱਸਣਾ ਚਾਹੁੰਦੇ ਆ, ਨਾ ਉਹਦੇ ਉੱਤੇ ਪਤਾ ਹੈਗਾ ਸੱਚ ਦਾ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿੰਨੇ ਇਹ ਲੋਕ ਪ੍ਰਚਾਰ ਕਰਨ ਦੇ ਇਹਨਾਂ ਨੂੰ ਸਚਾਈ ਦਾ ਪਤਾ ਨਹੀਂ ਆ, ਸੱਚ ਦਾ ਪਤਾ ਹੈ। ਸੱਚ ਹੈ ਕਿ ਇਹਦੇ ਬਾਰੇ ਗਿਆਨ ਹੋ ਚੁੱਕਾ ਆ, ਪਰ ਹੁਣ ਇਹ ਆਪਣੀਆਂ ਅਭਿਲਾਸ਼ਾਵਾਂ ਤੇ ਲਾਲਸਾਵਾਂ ਦੇ ਵਿੱਚ ਫਸੇ ਹੋਣ ਕਰਕੇ ਇਹਨਾਂ ਨੇ ਸੱਚ ਨੂੰ ਕੁਧਰਮ ਦੇ ਨਾਲ ਦਬਾ ਦਿੱਤਾ ਹੈ। ਅੱਗੇ ਪੜਾਂਗੇ। ਧਰਮ ਦੇ ਨਾਲ ਦਵਾਈ ਰੱਖਦੇ ਹਨ, ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਮੇਸ਼ਰ ਦਾ ਕ੍ਰੋਧ ਤਾਂ ਉਹਨਾਂ ਨੇ ਸਾਰੀ ਬੇਦੀਨੀ ਤੇ ਕੁਧਰਮ ਉੱਤੇ ਪਰਮੇਸ਼ਰ ਦਾ ਕ੍ਰੋਧ ਤੇ ਆਕਾਸ਼ ਤੋਂ ਪ੍ਰਗਟ ਹੋਇਆ। ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਬਖਸ਼ਿਆ ਉਹਨੇ ਕਿਸੇ ਨੂੰ ਵੀ ਨਹੀਂ ਆ। ਕਿਉਂ ਜੋ ਪਰਮੇਸ਼ਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ। ਪਰਮੇਸ਼ਰ ਦੇ ਬਾਰੇ ਜੋ ਕੁਝ ਚਾਹੀਦਾ ਹੈ ਉਹ ਉਹਨਾਂ ਦੇ ਵਿੱਚ ਪ੍ਰਗਟ ਹੈ। ਇਸ ਲਈ ਜੋ ਪਰਮੇਸ਼ਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ। ਇਸ ਲਈ ਪਰਮੇਸ਼ਰ ਇਹ ਵੀ ਗੱਲ ਨਹੀਂ ਉਹ ਜੋ ਉਹਨਾਂ ਨੂੰ ਪਤਾ ਲੱਗਿਆ ਉਹ ਕੀਤਾ ਵੀ ਪਰਮੇਸ਼ਰ ਨੇ, ਪ੍ਰਗਟ ਕਿਸੇ ਹੋਰ ਨੇ ਨਹੀਂ ਕੀਤਾ। ਕਿਉਂਕਿ ਜਗਤ ਦੇ ਉਤਪਤ ਹੋਣ ਤੋਂ ਉਹ ਅਣਡਿੱਠ ਸੁਭਾਅ ਅਰਥਾਤ ਉਹਦੀ ਅਨਾਦੀ ਸਮਰਥ ਅਤੇ ਈਸ਼ਵਰਤਾਈ ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਦੀ ਹੁਣ ਬੰਦਾ ਕਿਸੇ ਵੀ ਤਰ੍ਹਾਂ ਮੁਕਰ ਨਹੀਂ ਸਕਦਾ। ਆਦ ਤੋਂ ਹੀ ਪਰਮੇਸ਼ਰ ਦੀ ਸਾਰੀ ਜੋ ਵੀ ਕੁਦਰਤ ਅਸੀਂ ਦੇਖਦੇ ਹਾਂ ਉਹ ਸਾਰੀਆਂ ਚੀਜ਼ਾਂ ਪਰਮੇਸ਼ਰ ਦੀ ਗਵਾਹੀ ਦਿੰਦੀਆਂ, ਇਸ ਕਰਕੇ ਬੰਦਾ ਉਹਨਾਂ ਚੀਜ਼ਾਂ ਤੋਂ ਮੁਕਰ ਨਹੀਂ ਸਕਦਾ। ਪਰ ਫਿਰ ਵੀ ਇਹ ਸਭ ਕੁਝ ਜਾਣਦੇ ਹੋਏ ਵੀ ਉਹਨਾਂ ਨੇ ਸਚਾਈ ਨੂੰ ਕੁਧਰਮ ਦੇ ਨਾਲ, ਅਧਰਮ ਦੇ ਨਾਲ, ਪਾਪ ਦੇ ਨਾਲ, ਆਪਣੀਆਂ ਗਲਤ ਕਾਮਨਾਵਾਂ ਦੇ ਨਾਲ ਦਬਾਇਆ ਹੋਇਆ ਆ। ਔਰ 21 ਵਰਸ ਵੀ ਪੜ੍ਹ ਦੇਵਾਂਗੇ। ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ, ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ, ਹੁਣ ਸਭ ਕੁਝ ਤੇ ਪਤਾ ਹੈ ਉਹਨਾਂ ਦੇ ਸਾਹਮਣੇ ਹੈਗਾ, ਪਰਮੇਸ਼ਰ ਦੀ ਕੁਦਰਤ ਤੋਂ ਪਰਮੇਸ਼ਰ ਦੇ ਬਾਰੇ ਪਤਾ ਲੱਗ ਜਾਂਦਾ, ਇਸ ਕਰਕੇ ਉਹ ਇਹ ਕਹਿ ਨਹੀਂ ਸਕਦੇ कि नहीं भी परमेश्वर है नहीं, सब कुछ जानते हैं। इस कारण के परमेश्वर को जानने पर भी उन्होंने परमेश्वर के योग्य बढ़ाई और धन्यवाद नहीं किया। पंजाबी पढ़ांगे। ਭਾਵੇਂ ਉਹਨਾਂ ਨੇ ਪਰਮੇਸ਼ਰ ਨੂੰ ਜਾਣ ਲਿਆ ਪਰ ਤਾਂ ਵੀ ਪਰਮੇਸ਼ਰ ਦੇ ਯੋਗ ਵਡਿਆਈ ਨਾ ਜਾਣ ਲਿਆ, ਪਰ ਫਿਰ ਵੀ ਉਸ ਸੱਚ ਦੇ ਉੱਤੇ ਜਿਹੜੀ ਗਵਾਹੀ ਦੇਣੀ ਚਾਹੀਦੀ ਸੀ, ਜਿਹੜੀ ਉਹਦੀ ਵਡਾਈ ਕਰਨੀ ਚਾਹੀਦੀ ਸੀ, ਜਿਹੜਾ ਉਹਦਾ ਧੰਨਵਾਦ ਕਰਨਾ ਚਾਹੀਦਾ ਸੀ, ਜਿਸ ਤਰੀਕੇ ਦੇ ਨਾਲ ਉਸ ਤਰੀਕੇ ਦੇ ਨਾਲ ਕੀਤਾ ਨਹੀਂ ਹੈ। ਤੇ ਫਿਰ ਜਦੋਂ ਉਹਨਾਂ ਨੇ ਨਹੀਂ ਕੀਤਾ ਤੇ ਪਰਮੇਸ਼ਰ ਨੇ ਫਿਰ ਕੀ ਕੀਤਾ? ਪੜਾਂਗੇ। ਉਹਦਾ ਧੰਨਵਾਦ ਨਾ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ, ਪਰੰਤੂ ਵਿਅਰਥ ਵਿਚਾਰ ਕਰਨੇ ਲਗੇ। ਹਾਂਜੀ। ਤੇ ਉਹਨਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ। ਉਹਨਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ। ਤੇ ਜੇ ਬੁੱਧਹੀਣ ਨਾ ਹੁੰਦੇ, ਬੁੱਧੀ ਵਾਲੇ ਹੁੰਦੇ ਤੇ ਫਿਰ ਹਨੇਰੇ ਨਹੀਂ ਬਲਕਿ ਪ੍ਰਕਾਸ਼ਮਾਨ ਹੋਣੇ ਸੀ। ਬੁੱਧੀਹੀਣ ਹੋ ਗਏ, ਬੁੱਧੀਹੀਣ ਮਨ ਜਿਹੜੇ ਸੀਗੇ ਫਿਰ ਉਹ ਹਨੇਰੇ ਹੋ ਗਏ, ਨਿਰਬੁੱਧ ਮਨ ਅੰਧੇਰਾ ਹੋ ਗਿਆ। ਔਰ ਇਹਨੂੰ ਬੜਾ ਜ਼ਬਰਦਸਤ ਫਿਰ ਲਿਖਦਾ संत पौलुस 2 कुरिन्थियों 10 अध्याय 5 वर्ष में, सो हम कल्पनाओं को और हर एक ऊंची बात को जो परमेश्वर की पहचान के विरोध में उठती है, इन्होंने की कीता, इन्होंने सब कुछ जान लिया पर कुधर्म दे नाल ओनू दबा दिता। सब कुछ जानते हुए भी उन्होंने बुद्धिहीन मन जिहड़े ਉਹ ਹਨੇਰੇ ਹੋ ਗਏ। ਪਰ ਸੰਤ ਪੌਲੁਸ ਇਹਦੇ ਉੱਤੇ ਉਹਨੂੰ ਠੋਕ ਵਜਾ ਕੇ ਗੱਲ ਕਰ ਰਿਹਾ, ਸਮਝਾਉਣ ਦੇ ਲਈ ਕਿ ਸਾਡਾ ਮਕਸਦ ਕੀ ਆ। ਇਹਨਾਂ ਲੋਕਾਂ ਦੀ ਤਰ੍ਹਾਂ ਅਸੀਂ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਨਹੀਂ ਬਣਨਾ। ਅਸੀਂ ਧਰਮ ਨੂੰ ਕੋਈ ਧਰਮ ਦੇ ਨਾਲ ਦਬਾ ਕੇ ਨਹੀਂ ਰੱਖਣਾ, ਸੱਚ ਨੂੰ ਝੂਠ ਦੇ ਨਾਲ ਦਬਾ ਕੇ ਨਹੀਂ ਰੱਖਣਾ, ਬਲਕਿ ਸਾਡੀ ਸੋਚ ਕੀ ਹੋਣੀ ਚਾਹੀਦੀ ਆ, ਅਸੀਂ ਹਰੇਕ ਕਲਪਨਾ ਨੂੰ ਔਰ ਹਰੇਕ ਉੱਚੀ ਗੱਲ ਨੂੰ ਜੋ ਪਰਮੇਸ਼ਵਰ की पहचान के विरोध में उठती है, ਜਿਹੜੇ ਸੱਚ ਨੂੰ ਜਾਣ ਲੈਂਦੇ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਆਹ ਜਿਹੜੀ ਗੱਲ ਆ ਪਰਮੇਸ਼ਵਰ ਦੇ
ਵਿਰੋਧ ਦੇ ਵਿੱਚ ਆ, ਇਹ ਕਲਪਨਾ ਜਿਹੜੇ ਮੇਰੀ ਮਨ ਦੇ ਅੰਦਰ ਆ ਰਹੀ ਹੈ, ਇਹ ਪਰਮੇਸ਼ਵਰ ਦੇ ਵਿਰੋਧ ਦੇ ਵਿੱਚ ਆ। ਇਹ ਜਿਹੜੀਆਂ ਉੱਚੀਆਂ ਗੱਲਾਂ ਮੇਰੇ ਅੰਦਰ ਆ ਰਹੀਆਂ, ਇਹ ਪਰਮੇਸ਼ਵਰ ਦੀ ਪਹਿਚਾਨ ਕਰਨ ਦੇ ਵਿਰੋਧ ਦੇ ਵਿੱਚ ਆ। ਪਰਮੇਸ਼ਵਰ ਦੀ ਪਹਿਚਾਨ ਨੂੰ ਅਸੀਂ ਨਹੀਂ ਪਾ ਸਕਦੇ ਅਗਰ ਇਹਨਾਂ ਗੱਲਾਂ ਦੇ ਵਿੱਚ ਆਵਾਂਗੇ। ਉਠਤੀ ਹੈ, ਖੰਡਨ ਕਰਤੇ हैं, हालेलुया। ਜਿਹੜੀ ਵੀ ਗੱਲ ਪਰਮੇਸ਼ਵਰ ਦੇ ਖਿਲਾਫ ਉੱਠਦੀ, ਭਾਵੇਂ ਉਹ ਕਿੰਨੀ ਵੀ ਉੱਚੀ ਗੱਲ ਹੋਵੇ, ਕੈਸੀ ਵੀ ਕਲਪਨਾ ਹੋਵੇ, ਅਸੀਂ ਉਹਨੂੰ ਰੱਦ ਕਰ ਦਿੰਦੇ ਹਾਂ और हर एक भावना को कैद करके मसीह का आज्ञाकार बना देते हैं। हर एक भावना को कैद करके मसीह का आज्ञाकार बना देते हैं। कल्पना, भावना, अभिलाषा, कामना, ये उठे ते उन्होंने गुलाम करना है, हालेलुया। परमेश्वर का गुलाम बना देना है उन्होंने, ताकि दोबारा वो कदे साडे उत्ते राज करन दी तैयारी ना कर सके। पर ये ओही बंदा स्टैंड ले सकता है जिहड़ा सच नूं गहराई तक पहचान सके, हालेलुया। कुलसियों उसका 2 अध्याय उसकी 8 वर्ष जल्दी पढ़ेंगे और दुआ करेंगे। फिर चौकस रहो कि कोई तुम्हें उस तत्व ज्ञान और व्यर्थ धोखे के द्वारा आहेर न ले जो मनुष्य की परंपराओं की मत पर और संसार की 2:8 आज शिक्षा के अनुसार है पर मसीह के अनुसार नहीं है। वेखना किते कोई अपनी फिलॉसफी ते लाग लपेट ना ਤੁਹਾਨੂੰ ਲੁੱਟ ਨਾ ਲਵੇ। ਹਾਂਜੀ, ਦੇਖਣਾ ਕਿਤੇ ਕੋਈ ਤੁਹਾਨੂੰ ਆਪਣੀ ਫਿਲਾਸਫੀ ਜਾਂ ਲਾਗ ਲਪੇਟ ਦੇ ਨਾਲ ਲੁੱਟ ਨਾ ਲਵੇ। ਬੜੀਆਂ ਗੱਲਾਂ ਬੜੇ ਤਰੀਕੇ ਦੇ ਨਾਲ ਲੋਕ ਤੁਹਾਡੇ ਅੱਗੇ ਲਿਆਉਣਗੇ, ਪਰ ਵੇਖਣਾ ਕਿਤੇ ਕੋਈ ਇਹਨਾਂ ਗੱਲਾਂ ਦੀ ਚਾਲ ਦੇ ਵਿੱਚ ਤੁਸੀਂ ਫਸ ਨਾ ਜਾਈਓ, ਕਿਤੇ ਇਹ ਜਾਲ ਪਾਵੇ ਤੇ ਤੁਸੀਂ ਉਹਦੇ ਵਿੱਚ ਘਿਰ ਨਾ ਜਾਈਓ। ਅੱਗੇ ਪੜਾਂਗੇ। ਟੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ, ਪਰ ਅਨੁਸਾਰ ਨਹੀਂ। ਸੰਸਾਰ ਦੀਆਂ ਰੀਤਾਂ ਅਨੁਸਾਰ, ਇਨਸਾਨਾਂ ਦੀਆਂ ਬਣਾਈਆਂ ਹੋਈਆਂ ਰੀਤਾਂ ਅਨੁਸਾਰ ਤੇ ਬੜੀਆਂ ਵਧੀਆ ਔਰ ਸੱਚੀਆਂ ਲੱਗਦੀਆਂ ਵੀ, ਪਰ ਮਸੀਹ ਦੇ ਅਨੁਸਾਰ ਨਹੀਂ ਹੈ। ਤੇ ਮਸੀਹ ਸੱਚ ਹੈ, ਤੇ ਜਦੋਂ ਮਸੀਹ ਸੱਚ ਹੈ ਤੇ ਜਦੋਂ ਮਸੀਹ ਨੂੰ ਜਾਣ ਲਿਆ ਤੇ ਫਿਰ ਇਹਨਾਂ ਗੱਲਾਂ ਦੇ ਵਿੱਚ ਕਿਸੇ ਵੀ ਕੀਮਤ ਉੱਤੇ ਫਸਣਾ ਨਹੀਂ ਹੈ। ਤੇ ਜੇ ਅਸੀਂ ਫਿਰ ਵੀ ਫਸਦੇ ਹਾਂ ਤੇ ਫਿਰ ਉਹ ਗੱਲ ਸਾਡੇ ਤੇ ਪੂਰੀ ਲਾਗੂ ਹੋ ਜਾਂਦੀ ਆ। ਭਾਵੇਂ ਉਹਨਾਂ ਨੇ ਪਰਮੇਸ਼ਵਰ ਨੂੰ ਜਾਣ ਲਿਆ, पर परमेश्वर दे योग वड्याई अपनी अखां नूं बंद करांगे, सिरां झुकावांगे, दुआ करांगे। खुदावंद खुदा तेरी तारीफ तेरा शुक्र करते हैं, तेरी दया तेरी मोहब्बत के लिए, तेरे बख्शे हुए कलाम के लिए, तेरे दिए हुए वेदों के लिए। खुदावंद तेरे लोगों के साथ शेयर किया, तेरा शुक्र करते हैं। और तेरा कलाम जो बीजा गया आने वाले समय में तेरे लोगों की जिंदगी में फल लाए। खुदावंद जैसा तू चाहता है वैसी तेरे लोगों की जिंदगी हो। खुदावंद सच को पहचान सके, सच को जान सके, सच पर रह सके, सच पर खड़े हो सके और सच में चलते जाएं। खुदावंद क्योंकि सच तू है और जो तुझ में चलते हैं वो कभी धोखा ना खाएंगे। हमारी इस दुआ को सुन ले मसीह यीशु के नाम में। अब हमारे खुदावंद यीशु मसीह का फजल, खुदा बाप की मोहब्बत, पाक रूह की संगत अब से लेकर हमेशा तक उसके तमाम लोगों के साथ बनी रहे। आमीन, हालेलुया। अगली बार इसे हम देखेंगे 2 गल्लां पूरी